ਜੀ। ਲਓ ਮੈਂ ਸਕਰੀਨ ਨੂੰ ਕਰ ਲਿਆ ਜੀ ਸ਼ੇਅਰ। ਸਾਡੇ ਕੋਲ ਇੱਕ ਪੀਪੀਟੀ ਹੈ, ਠੀਕ ਹੈ ਜੀ। ਪੀਪੀਟੀ ਦੀ ਪਹਿਲੀ ਜਿਹੜੀ ਸਲਾਈਡ ਹੈ ਉਹ ਤੁਸੀਂ ਦੇਖ ਰਹੇ ਹੋ, ਨਜ਼ਰ ਆ ਰਹੀ ਸਾਨੂੰ? ਤਕਨੀਕੀ ਪੱਖ ਸਭ ਨੂੰ ਨਜ਼ਰ ਆ ਰਿਹਾ? ਹਾਂਜੀ ਜੀ ਸਰ। ਸਰ। ਹਾਂਜੀ ਸਰ ਜੀ। ਜੀ। ਸੋ ਆਪਾਂ ਗੱਲ ਕੀਤੀ ਸੀਗੀ ਕਿ ਪੁਰਾਣੇ ਫੌਂਟਾਂ ਨੂੰ ਪਕੜ ਕੇ ਇੱਕ ਪਾਸੇ ਰੱਖ ਦਿਓ। ਇਹ ਫੌਂਟ ਕਿਧਰੇ ਨਜ਼ਰ ਨਾ ਆਉਣ, ਕਿਧਰੇ ਵੀ ਸਾਨੂੰ ਅੱਖਾਂ ਦੇ ਵਿੱਚ ਨਾ ਰੜਕਣ, ਕਿਉਂਕਿ ਇਹਨਾਂ ਫੌਂਟਾਂ ਦਾ ਬਹੁਤ ਵੱਡਾ ਨੁਕਸਾਨ ਹੁਣ ਤੱਕ ਪੰਜਾਬੀ ਭਾਸ਼ਾ ਨੂੰ ਝੇਲਣਾ ਪਿਆ ਹੈ। ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਦੇ ਵਿੱਚ ਬਹੁਤ ਵੱਡੀ ਖੜੋਤ ਲਿਆਂਦੀ ਹੈ ਜਿਹੜੇ ਪੁਰਾਣੇ ਅਸਕਾਈ ਫੌਂਟ ਸੀਗੇ। ਸੋ ਇਹਨਾਂ ਫੌਂਟਾਂ ਦਾ ਕਦੇ ਵੀ ਲੇਖਾ ਜੋਖਾ ਨਹੀਂ ਕਰਨਾ, ਪਰਾਂ ਰੱਖ ਦੇਣੇ ਨੇ ਤੇ ਉਹਦੀ ਥਾਂ ਤੇ ਵਰਤਣੇ ਨੇ ਯੂਨੀਕੋਡ ਵਾਲੇ ਫੌਂਟ। ਪਰ ਹੁਣ ਗੱਲ ਇਹ ਹੈ ਕਿ ਤਰਕ ਦੇ ਨਾਲ ਅਸੀਂ ਜੇ ਸੋਚੀਏ ਕਿ ਯੂਨੀਕੋਡ ਫੌਂਟ ਵਰਤਣੇ ਚਾਹੀਦੇ ਨੇ, ਹਰ ਕੋਈ ਕਹਿੰਦਾ ਹੈ, ਪਰ ਕਿਉਂ ਵਰਤਣੇ ਚਾਹੀਦੇ ਨੇ? ਯੂਨੀਕੋਡ ਫੌਂਟਾਂ ਦੀ ਲੋੜ ਕਿਉਂ ਹੈ? ਉਹਦੇ ਆਪਾਂ ਤਕਨੀਕੀ ਪੱਖ ਵੱਲ ਜਾਂਦੇ ਆ। ਦੇਖੋ, ਇੱਕ ਪਹਿਲੀ ਸਲਾਈਡ ਤੁਹਾਨੂੰ ਧਿਆਨ ਦੇ ਵਿੱਚ ਰੱਖਣੀ ਪਏਗੀ, ਫੌਂਟ ਮੈਪਿੰਗ। ਯਾਨੀ ਕਿ ਜਿਹੜੇ ਸਾਡੇ ਕੀਬੋਰਡ ਹੈ, ਉਸ ਕੀਬੋਰਡ ਦਾ ਹਰੇਕ ਬਟਨ ਕਿਸੇ ਨਾ ਕਿਸੇ ਕੋਡ ਦੇ ਨਾਲ ਮੈਪ ਕੀਤਾ ਹੋਇਆ। ਜਿਵੇਂ 99 ਜਿਹੜਾ ਕੋਡ ਹੈ ਉਹ ਸੀ ਬਟਨ ਦੇ ਨਾਲ ਮੈਪ ਕੀਤਾ ਹੋਇਆ। 99 ਜੋ ਹੈ ਉਹ ਸੀ ਦੇ ਨਾਲ ਮੈਪ ਕੀਤਾ ਹੋਇਆ। ਉਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਜੇ ਅਸੀਂ ਸੀ ਬਟਨ ਦੱਬ ਕੇ MS ਵਰਡ ਖੋਲੀਏ ਤੇ ਸੀ ਬਟਨ ਦੱਬ ਕੇ ਉਹਦੇ ਉੱਤੇ ਅਨਮੋਲ ਲਿਪੀ ਫੌਂਟ ਲਗਾ ਦਈਏ ਤਾਂ ਸੀ ਤੋਂ ਅਸੀਂ ਸਾਰੇ ਜਾਣਦੇ ਹਾਂ ਚੱਚਾ ਪਊਗਾ। ਪਰ ਜੇ ਅਸੀਂ ਅਸੀਸ ਫੌਂਟ ਲਗਾ ਕੇ ਸੀ ਬਟਨ ਦੱਬੀਏ ਤਾਂ ਫੱਫਾ ਨਜ਼ਰ ਆਵੇਗਾ। ਜੇ ਅਸੀਂ ਅੰਗਰੇਜ਼ੀ ਦਾ ਇੱਕ ਫੌਂਟ ਹੈ ਇੰਕ ਫ੍ਰੀ, ਉਹਦੇ ਉੱਤੇ ਸਿਲੈਕਟ ਕਰਕੇ ਫੌਂਟ ਨੂੰ ਸੀ ਦੱਬਾਂਗੇ ਤਾਂ ਸੀ ਤੋਂ ਸੀ ਹੀ ਪਵੇਗਾ, ਔਰ ਇਸੇ ਤਰ੍ਹਾਂ ਏਰੀਅਲ ਦੇ ਵਿੱਚ ਵੀ ਸੀ ਤੋਂ ਸੀ ਪਏਗਾ। ਫਰਕ ਇਹ ਹੈ ਕਿ ਸੀ ਤੋਂ ਜਿਹੜਾ ਸੀ ਇੰਕ ਫ੍ਰੀ ਫੌਂਟ ਦੇ ਵਿੱਚ ਪਿਆ ਹੈ ਤੇ ਜਿਹੜਾ ਏਰੀਅਲ ਦੇ ਵਿੱਚ ਪਿਆ ਹੈ, ਦੋਨਾਂ ਦੀ ਸ਼ੇਪ ਦੇ ਵਿੱਚ ਫਰਕ ਹੈ, ਹੋਰ ਕੋਈ ਵੀ ਫਰਕ ਨਹੀਂ ਹੈ। ਸੋ ਇਸ ਕਰਕੇ ਅੰਗਰੇਜ਼ੀ ਦੇ ਵਿੱਚ ਕੋਈ ਸਮੱਸਿਆ ਨਹੀਂ ਹੈ। ਅੰਗਰੇਜ਼ੀ ਦੇ ਲੱਖਾਂ ਫੌਂਟ ਬਣ ਗਏ ਨੇ, ਤੁਸੀਂ ਜਿਹੜਾ ਸੀ ਟਾਈਪ ਕੀਤਾ ਹੈ ਉਹਨੂੰ ਜਿਹੜੇ ਫੌਂਟ 'ਚ ਮਰਜ਼ੀ ਚੇਂਜ ਕਰੀ ਜਾਓ, ਸਿਰਫ ਸ਼ੇਪ ਬਦਲੇਗੀ, ਅੱਖਰ ਨਹੀਂ ਬਦਲਣਗੇ। ਪਰ ਅਨਮੋਲ ਲਿਪੀ ਤੇ ਅਸੀਸ, ਕਿਉਂਕਿ ਇਹ ਪੁਰਾਣੇ ਫੌਂਟ ਨੇ, ਰਵਾਇਤੀ ਫੌਂਟ ਨੇ, ਗੈਰ ਮਿਆਰੀ ਨੇ, ਇਹਨਾਂ ਦੇ ਵਿੱਚ ਸਾਰਾ ਗੜਬੜ ਹੋ ਗਈ, ਊਟ ਪਟਾਂਗ ਹੋ ਗਿਆ। ਜਿਹੜਾ ਚੱਚਾ ਅਸੀਂ ਅਨਮੋਲ ਲਿਪੀ 'ਚ ਲਿਖਿਆ ਸੀ ਉਹ ਬਦਲ ਗਿਆ ਹੁਣ ਫੱਫੇ ਦੇ ਵਿੱਚ, ਠੀਕ ਹੈ ਜੀ। ਸੋ ਇਹਦਾ ਮਤਲਬ ਇਹ ਹੋਇਆ ਕਿ ਜੇ ਤੁਸੀਂ ਕਿਸੇ ਵਿਦਿਆਰਥੀ ਨੇ ਅਨਮੋਲ ਲਿਪੀ ਦੇ ਵਿੱਚ ਟਾਈਪ ਕੀਤਾ ਚਰਚਾ, ਚਰਚਾ ਸ਼ਬਦ ਮੰਨ ਲਵੋ, ਇੱਕ ਉਦਾਹਰਨ ਲੈ ਰਿਹਾ ਕਿ ਚਰਚਾ ਸ਼ਬਦ ਟਾਈਪ ਕਰ ਲਿਆ। ਹੁਣ ਚਰਚਾ ਸ਼ਬਦ ਨੂੰ ਜਦੋਂ ਅਨਮੋਲ ਲਿਪੀ ਫੌਂਟ ਦੇ ਵਿੱਚ ਟਾਈਪ ਕਰਕੇ ਇਸ ਤਰ੍ਹਾਂ ਦੀ ਪੂਰੀ ਇੱਕ ਲੈਟਰ ਟਾਈਪ ਕਰ ਲਈ, ਉਹਦੇ 'ਚ ਇੱਕ ਸ਼ਬਦ ਦੀ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਚਰਚਾ, ਔਰ ਪੂਰੀ ਦੀ ਪੂਰੀ ਚਿੱਠੀ ਈਮੇਲ ਕਰ ਦਿੱਤੀ ਕਿਸੇ ਦੂਸਰੇ ਵਿਅਕਤੀ ਨੂੰ, ਦੂਜੇ ਬੰਦੇ ਦੇ ਕੰਪਿਊਟਰ ਦੇ ਵਿੱਚ ਜਿਹੜਾ ਫੌਂਟ ਹੈ ਉਹ ਅਨਮੋਲ ਲਿਪੀ ਨਹੀਂ ਹੈ, ਉਹਦੇ ਕੋਲ ਤਾਂ ਅਸੀਸ ਹੈ, ਤਾਂ ਉਹ ਉਹਦੇ ਉੱਤੇ ਜੇ ਅਸੀਸ ਕਰਕੇ ਲਗਾ ਕੇ ਦੇਖੇਗਾ ਤਾਂ ਚੱਚੇ ਜਿਹੜੇ ਨੇ ਉਹ ਕਿਹਦੇ 'ਚ ਬਦਲ ਜਾਣਗੇ ਜੀ? ਚੱਚੇ ਕਿਹਦੇ 'ਚ ਬਦਲ ਜਾਣਗੇ? ਫੱਫੇ ਦੇ ਵਿੱਚ। ਰਾਰੇ ਦੀ ਥਾਂ ਤੇ ਕੀ ਆਏਗਾ? ਆਪਾਂ ਜੇ ਉਹਦੀ ਗੱਲ ਨਹੀਂ ਕਰ ਲੈ, ਫਿਲਹਾਲ ਸਾਡੇ ਕੋਲ ਜਿੱਥੇ ਚੱਚਾ ਸੀਗਾ ਉਹਦੀ ਥਾਂ ਤੇ ਫੱਫਾ ਆ ਗਿਆ। ਇੱਥੇ ਵੀ ਚੱਚੇ ਨੂੰ ਕਰਨਾ ਸੀ, ਫੱਫੇ ਨੂੰ ਕਰਨਾ ਬਣ ਗਿਆ। ਮਤਲਬ ਸਾਰੇ ਅਰਥ ਅਨਰਥ ਹੋ ਗਏ ਔਰ ਮੈਟਰ ਪੜ੍ਹਨ ਯੋਗ ਨਹੀਂ ਰਹੇਗਾ। ਸੋ ਇਹੀ ਕਾਰਨ ਹੈ ਕਿ ਪੁਰਾਣੇ ਫੌਂਟਾਂ ਦੇ ਵਿੱਚ ਕੰਮ ਨਹੀਂ ਕਰਨਾ ਚਾਹੀਦਾ। ਇਹ ਤਾਂ 2 ਫੌਂਟ ਹੀ ਲਏ ਨੇ, ਸਾਡੇ ਕੋਲ ਫੌਂਟਾਂ ਦੀ ਗਿਣਤੀ ਹੈਗੀ ਹੈ, ਸਾਡੇ ਕੋਲ 500, 500, ਠੀਕ ਹੈ ਨਾ। ਸੋ ਇੰਨੇ ਜ਼ਿਆਦਾ ਫੌਂਟਾਂ ਦੇ ਵਿੱਚ ਇਹ ਸਾਰਿਆਂ ਦੇ ਵਿੱਚ ਆਪਸ ਵਿੱਚ ਵਖਰੇਵੇਂ ਨੇ, ਉਹਨਾਂ ਵਖਰੇਵਿਆਂ ਦੇ ਕਰਕੇ ਮੈਟਰ ਪੜ੍ਹਨ ਯੋਗ ਨਹੀਂ ਰਹਿੰਦਾ। ਸੋ ਇਸ ਚੀਜ਼ ਦਾ ਰੱਖਣਾ ਧਿਆਨ। ਸਾਡੇ ਕੋਲ ਕੁਝ ਵਿਦਿਆਰਥੀ ਅਜੇ ਵੀ ਐਡਮਿਟ ਹੋ ਰਹੇ ਨੇ,
ਹਦਾਇਤ ਹੈ ਕਿ ਜਿਹੜੇ ਵਿਦਿਆਰਥੀ ਲੇਟ ਆਉਂਦੇ ਨੇ ਉਹ ਸਮੇਂ ਤੇ ਆਇਆ ਕਰੋ। ਸੋ 99 ਜਿਹੜਾ ਕੋਡ ਹੈ ਉਹ ਅਨਮੋਲ ਲਿਪੀ ਤੇ ਅਸੀਸ ਦੇ ਵਿੱਚ ਕੁਝ ਹੋਰ ਦਿਖਾਏਗਾ, ਪਰ ਅੰਗਰੇਜ਼ੀ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਅਗਲੀ ਉਦਾਹਰਨ ਲਓ, ਅਸੀਂ ਅਨਮੋਲ ਲਿਪੀ ਦੇ ਵਿੱਚ ਕੁਝ ਸ਼ਬਦ ਟਾਈਪ ਕੀਤੇ, ਚਾਕ, ਚਾਰਾ, ਚੌਂਕੇ, ਚੌੜਾ। ਅਨਮੋਲ ਲਿਪੀ ਨੂੰ ਮੈਂ ਬਦਲ ਦੇਣਾ ਜੀ ਡੀ.ਆਰ. ਚਾਤਰਿਕ ਫਾਉਂਟ ਦੇ ਵਿੱਚ। ਹਾਲਾਂਕਿ ਇਹ ਦੋਨੇ ਫਾਉਂਟ ਜਿਹੜੇ ਡੀ.ਆਰ. ਚਾਤਰਿਕ ਤੇ ਅਨਮੋਲ ਲਿਪੀ ਨੇ, ਯਾਦ ਰੱਖਣਾ ਹੈ ਕਿ ਦੋਨੇ ਇੱਕੋ ਟਾਈਪ ਦੇ ਫਾਉਂਟ ਨੇ, ਫੋਨੈਟਿਕ ਫਾਉਂਟ ਨੇ, ਫੋਨੈਟਿਕ ਕਿਸਮ ਦੇ ਫਾਉਂਟ ਨੇ। ਦੋਨੇ ਫੋਨੈਟਿਕ ਕਿਸਮ ਦੇ ਫਾਉਂਟ ਹੋਣ ਦੇ ਬਾਵਜੂਦ ਵੀ ਜਿਹੜੇ ਅਨਮੋਲ ਲਿਪੀ ਵਾਲੇ ਕੰਨੇ ਨੇ ਉਹ ਸਾਰੇ ਕਿਹਦੇ ਵਿੱਚ ਬਦਲ ਗਏ ਜੀ? ਅਧਕ ਵਿੱਚ ਬਦਲ ਗਏ। ਸੋ ਜਿੱਥੇ ਚਾਕ ਸੀ ਉੱਥੇ ਚੱਕ ਹੋ ਗਿਆ। ਇਹਦਾ ਮਤਲਬ ਜਿੰਨੇ ਕੰਨੇ ਨੇ ਉਹ ਅਧਕ ਦੇ ਵਿੱਚ ਬਦਲ ਜਾਣਗੇ। ਇਹਦੇ ਲਈ ਵੀ ਸਾਡੇ ਕੋਲ ਮੁਸੀਬਤ ਹੈ, ਭਾਵੇਂ ਕਿ ਫੋਨੈਟਿਕ ਫਾਉਂਟਾਂ ਨੂੰ ਆਪਸ ਵਿੱਚ ਬਦਲੀਏ ਤਾਂ ਵੀ ਸਾਡੇ ਸਾਹਮਣੇ ਮੁਸੀਬਤ ਹੈ। ਪਰ ਜੇ ਅਸੀਂ ਇੱਥੇ ਫੋਨੈਟਿਕ ਦੀ ਥਾਂ ਤੇ ਕਿਸੇ ਰਿਮਿੰਗਟਨ ਫਾਉਂਟ ਦੇ ਵਿੱਚ ਇਹਨੂੰ ਬਦਲੀਏ, ਅਨਮੋਲ ਲਿਪੀ ਵਾਲੀ ਇਸ ਲਾਈਨ ਨੂੰ ਮੰਨ ਲਓ ਮੈਂ ਅਸੀਸ ਦੇ ਵਿੱਚ ਬਦਲਦਾ, ਤਾਂ ਤੁਸੀਂ ਦੇਖੋ ਬਿਲਕੁਲ ਹੀ ਗੜਬੜ ਹੋ ਜਾਏਗੀ, ਕਿਉਂਕਿ ਇਹ ਸਾਡੇ ਕੋਲ ਫਾਉਂਟਾਂ ਦੀ ਕਿਸਮ ਹੀ ਨਵੀਂ ਹੈ, ਰਿਮਿੰਗਟਨ ਟਾਈਪ ਦੇ ਫਾਉਂਟ ਨੇ। ਸੋ ਇਹਦੇ ਨਾਲ ਕੀ ਹੁੰਦਾ ਹੈ ਕਿ ਬਹੁਤ ਸਾਰੀਆਂ ਪ੍ਰੈਕਟੀਕਲ ਜਿਹੜੀਆਂ ਉਦਾਹਰਨਾਂ ਨੇ ਇਹਦੇ ਸੰਬੰਧ ਵਿੱਚ ਤੁਹਾਨੂੰ ਦੇ ਸਕਦਾ, ਕਿ ਜਿਹਦੇ ਕਰਕੇ ਲੋਕ ਘਬਰਾ ਜਾਂਦੇ ਨੇ ਤੇ ਲੋਕਾਂ ਦਾ ਨੁਕਸਾਨ ਹੁੰਦਾ ਹੈ। ਮੈਨੂੰ ਪਿਛਲੇ ਸਾਲ ਇੱਕ ਲੇਖਕ ਦਾ ਫੋਨ ਆਇਆ ਸੀ, ਕਹਿੰਦੇ ਜੀ 10 ਕੁ ਸਾਲ ਪਹਿਲਾਂ ਇੱਕ ਮੈਂ ਕਿਤਾਬ ਆਪਣੀ ਨਾ ਉਹ ਟਾਈਪ ਕਰਾਈ ਸੀ, ਤੇ ਉਹਦੀ ਮੈਂ CD ਜਿਹੜੀ ਹੈ ਹੁਣ ਜਦੋਂ ਕੰਪਿਊਟਰ ਦੇ ਵਿੱਚ ਪਾਈ ਤਾਂ ਮੈਂ ਚਾਹੁੰਦਾ ਸੀ ਵੀ ਕਿਤਾਬ ਨੂੰ ਥੋੜ੍ਹਾ ਬਹੁਤਾ ਚੇਂਜ ਕਰਕੇ ਨਵੀਂ ਛਪਵਾਵਾਂ। ਪਰ ਜਦੋਂ CD ਉਹਦੇ 'ਚ ਪਾਈ ਤਾਂ ਜਿਹੜੇ ਨਾ ਸਾਰੇ ਅੱਖਰ ਟੁੱਕੇ ਗਏ, ਅੱਖਰ ਸਾਰੇ ਕੱਟੇ ਹੋਏ ਨਜ਼ਰ ਆਏ, ਔਰ ਕਹਿੰਦੇ ਮੈਨੂੰ ਲੱਗਦਾ ਹੈ ਕਿ ਮੇਰੇ ਕੰਪਿਊਟਰ 'ਚ ਕਹਿੰਦੇ ਵਾਇਰਸ ਤਾਂ ਨਹੀਂ ਆ ਗਿਆ। ਕਹਿੰਦੇ ਕੰਬੋਜ ਸਾਹਿਬ ਦਾ ਹਾਲਤ ਕੱਢੋ। ਤਾਂ ਮੈਂ ਕਿਹਾ ਜੀ ਤੁਹਾਡੇ ਕੰਪਿਊਟਰ 'ਚ ਪੰਜਾਬੀ ਫਾਉਂਟ ਆਇਆ? ਕਹਿੰਦਾ ਹਾਂਜੀ ਹੈਗਾ। ਹੁਣ ਉੱਥੇ ਸਮੱਸਿਆ ਕੀ ਆਈ, ਫਾਉਂਟ ਜਿਹੜਾ ਵਾਇਰਸ ਹੈ ਉਹ ਕੋਈ ਫਾਈਲ ਦੇ ਅੱਖਰਾਂ ਨੂੰ ਨਹੀਂ ਕੱਟ ਕੇ ਖਾਂਦਾ। ਉਹ ਫਾਉਂਟ ਜਿਹੜਾ ਸਾਡੇ ਕੋਲ ਵਾਇਰਸ ਹੈ ਉਹ ਇੰਨਾ ਭੁੱਖਾ ਨਹੀਂ ਹੁੰਦਾ ਕਿ ਉਹ ਅੱਖਰਾਂ ਨੂੰ ਕੱਟ ਕੇ ਖਾਵੇ। ਉੱਥੇ ਮਸਲਾ ਇਹ ਵਾਪਰਿਆ ਕਿ ਜਿਹੜੇ ਫਾਉਂਟ ਦੇ ਵਿੱਚ ਕਿਤਾਬ ਉਹਨੇ ਉਸ ਟਾਈਮ ਟਾਈਪ ਕਰਵਾਈ ਸੀ, ਹੁਣ ਉਹਦੇ ਕੰਪਿਊਟਰ ਵਿੱਚ ਉਹ ਫਾਉਂਟ ਨਹੀਂ ਸੀ, ਕੋਈ ਹੋਰ ਸੀਗਾ। ਕੋਈ ਹੋਰ ਸੀ ਤਾਂ ਇਸ ਤਰ੍ਹਾਂ ਸਾਰਾ ਕੁਝ ਊਟ ਪਟਾਂਗ ਨਜ਼ਰ ਆ ਰਿਹਾ ਸੀ, ਤਾਂ ਉਹਨੂੰ ਬੜੀ ਪਰੇਸ਼ਾਨੀ ਹੋਈ। ਚਲੋ ਫਿਲਹਾਲ ਮੈਂ ਉਹਦਾ ਹੱਲ ਕੱਢ ਦਿੱਤਾ, ਪਰ ਬਹੁਤ ਸਾਰੇ ਲੋਕ ਨੇ ਜਿਹੜੇ ਨੁਕਸਾਨ ਝੱਲ ਰਹੇ ਨੇ, ਤੇ ਬਹੁਤ ਸਾਰੇ ਲੋਕ ਨੇ ਜਿਹੜੀਆਂ ਇਹਨਾਂ ਪਰੇਸ਼ਾਨੀਆਂ ਕਰਕੇ ਕੰਪਿਊਟਰ ਤੇ ਕੰਮ ਕਰਨਾ ਹੀ ਛੱਡ ਦਿੰਦੇ ਨੇ, ਕਹਿੰਦੇ ਦਫਾ ਕਰੋ, ਇਹਦੇ ਨਾਲੋਂ ਤਾਂ ਲਿਖਣਾ ਹੀ ਬਹੁਤ ਵਧੀਆ ਹੈ। ਸੋ ਇਹ ਜਿਹੜੀ ਹੈ ਸਿਰਫ ਜਾਗਰੂਕਤਾ ਦੀ ਘਾਟ ਹੈ। ਟੈਕਨੋਲੋਜੀ ਸਾਡੇ ਕੋਲ ਬਣ ਚੁੱਕੀ ਹੈ, 1991 ਦੇ ਵਿੱਚ ਯੂਨੀਕੋਡ ਬਣ ਚੁੱਕਿਆ ਹੈ, ਪਰ ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ, ਅਸੀਂ ਉਹਨੂੰ ਸਮਝਣ ਨੂੰ ਤਿਆਰ ਨਹੀਂ, ਅਸੀਂ ਉਹਦੀ ਟ੍ਰੇਨਿੰਗ ਲੈਣ ਨੂੰ ਤਿਆਰ ਨਹੀਂ। ਕਰਨਾ ਕੁਝ ਵੀ ਨਹੀਂ ਹੈ, ਕੰਮ ਆਪਣਾ ਪੁਰਾਣੇ ਤਰੀਕੇ ਨਾਲ ਕਰੀ ਜਾਣਾ ਹੈ, ਬਟ ਥੋੜ੍ਹਾ ਜਿਹਾ ਅਵੇਅਰ ਹੋ ਕੇ ਨਵੇਂ ਤਰ੍ਹਾਂ ਦਾ ਕੀਬੋਰਡ ਵਰਤਣ ਦੀ ਲੋੜ ਹੈ। ਅਗਲੀ ਸਲਾਈਡ ਦੇਖੋ। ਸਾਡੇ ਕੋਲ ਮੈਂ ਗੱਲ ਕੀਤੀ ਸੀ ਇੱਕ ਅਸਕਾਈ ਕੋਡ ਹੁੰਦਾ ਹੈ, ASCII, ਅਮਰੀਕਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਚੇਂਜ। ਪੂਰੇ ਦਾ ਪੂਰਾ ਟੇਬਲ ਜੇ ਅਸਕਾਈ ਕੋਡ ਦਾ ਤੁਸੀਂ ਗੂਗਲ ਕਰਕੇ ਦੇਖੋ ਤਾਂ ਪੂਰਾ ਟੇਬਲ ਤੁਹਾਨੂੰ ਮਿਲੇਗਾ, ਅੰਗਰੇਜ਼ੀ ਦਾ ਟੇਬਲ ਮਿਲੇਗਾ। ਇਹਦੇ 'ਚ ਮੈਂ ਕੁਝ ਕਰੈਕਟਰ ਲਏ ਨੇ। ਦੇਖੋ A ਦਾ ਕੋਡ ਇਹਦੇ 'ਚ 97 ਹੁੰਦਾ, B ਦਾ 98, C 99, D 100, E 101। ਲਗਾਤਾਰ ਕੋਡ ਜਿਹੜੇ ਨੇ, ਕੋਡ ਦੀ ਵੈਲਿਊ ਵਧੀ ਜਾ ਰਹੀਆਂ ਨੇ। ਇਵੇਂ ਚਲਦੇ ਚਲਦੇ K ਦਾ ਕੋਡ 107 ਹੈ, L ਦਾ 108, M ਦਾ 109, ਫਿਰ ਚਲਦੇ ਚਲਦੇ W ਆ ਗਿਆ। ਇਸੇ ਤਰ੍ਹਾਂ ਜਿਹੜਾ ਕੈਪੀਟਲ A ਹੋਏਗਾ ਉਹਦਾ ਕੋਡ ਕੋਈ ਹੋਰ ਹੋਏਗਾ, ਇਹ ਨਹੀਂ ਹੋਏਗਾ ਜੋ 97 ਹੈ। ਤਾਂ ਇਸ ਟੇਬਲ ਨੂੰ ਧਿਆਨ ਦੇ ਵਿੱਚ ਦੇਖੋ। ਕਲਮ ਸ਼ਬਦ ਮੈਂ ਪਾਇਆ, ਕਲਮ ਸ਼ਬਦ ਅਨਮੋਲ ਲਿਪੀ ਫਾਉਂਟ ਦੇ ਵਿੱਚ ਪਾਇਆ ਮੈਂ, ਠੀਕ ਹੈ ਜੀ। ਸੋ ਕਲਮ ਸ਼ਬਦ ਜਦੋਂ ਅਨਮੋਲ ਲਿਪੀ ਫਾਉਂਟ ਦੇ ਵਿੱਚ ਮੈਂ ਪਾਵਾਂਗਾ, ਤੁਸੀਂ ਆਪ ਹੀ ਸਮਝਦੇ ਹੋ ਕਿ ਅਨਮੋਲ ਲਿਪੀ ਦੀ ਜਿਹੜੇ ਬੰਦੇ ਵਰਤੋਂ ਕਰਦੇ ਨੇ ਉਹ K ਤੋਂ ਕਲਮ ਪਾਉਂਦੇ ਨੇ, ਛੋਟਾ K, ਔਰ L ਛੋਟੇ ਤੋਂ ਲੱਲਾ ਪੈਂਦਾ, M ਤੋਂ ਮਾਮਾ ਪੈਂਦਾ। ਹੁਣ ਤੁਸੀਂ ਦੇਖੋ K ਦਾ ਕੋਡ ਕਿੰਨਾ ਹੁੰਦਾ ਹੈ? K ਦਾ, ਇਹ ਦੇਖੋ K ਪਿਆ 107, ਇਹ ਦੇਖੋ 107 ਕੋਡ ਹੈ। L ਦਾ ਕੋਡ 108 ਹੈ, ਇੱਥੇ ਮੈਂ 108 ਲਿਖ ਦਿੱਤਾ। M ਦਾ ਕੋਡ 109 ਹੈ। ਤੁਹਾਨੂੰ ਇਹ ਬਹੁਤਾ ਕੋਈ ਯਾਦ ਰੱਖਣ ਦੀ ਲੋੜ ਨਹੀਂ, ਜਸਟ ਸਮਝਣ ਦੀ ਕੋਸ਼ਿਸ਼ ਕਰੋ ਕਿ ਮਸਲਾ ਕੀ ਹੈ। ਸੋ ਕਲਮ ਸ਼ਬਦ ਜਦੋਂ ਮੈਂ ਅਨਮੋਲ ਲਿਪੀ ਦੇ ਵਿੱਚ ਪਾਇਆ
ਤਾਂ ਮੇਰੇ ਕੀਬੋਰਡ ਦੇ ਉੱਤੋਂ ਜਦੋਂ K ਟਾਈਪ ਹੋਇਆ ਤੇ 107 ਕੋਡ ਜਨਰੇਟ ਹੋਇਆ, L ਦੇ ਲਈ 108 ਔਰ M ਦੇ ਲਈ 109। ਹੁਣ ਦੇਖੋ, ਇਹਨੂੰ ਇੱਥੇ ਛੱਡ ਦਿਓ, ਅਗਲੀ ਐਗਜ਼ਾਮਪਲ ਦੇਖੋ। ਅੱਗੇ ਮੈਂ ਅਸੀਸ ਫੌਂਟ ਲੈ ਲਿਆ। ਅਸੀਸ ਫੌਂਟ ਦੇ ਵਿੱਚ ਵੀ ਕਲਮ ਲਿਖਦਾ, ਪਰ ਅਸੀਸ ਦੇ ਵਿੱਚ ਕਲਮ ਲਿਖਣ ਦੇ ਲਈ ਸਾਨੂੰ ਦੱਬਣਾ ਪਊਗਾ L ਤੋਂ ਕੱਕਾ ਪਊਗਾ ਅਸੀਸ ਵਿੱਚ, B ਤੋਂ ਲੱਲਾ ਪਊਗਾ ਔਰ W ਤੋਂ ਮੰਮਾ ਪਊਗਾ। ਇੱਥੇ M ਤੋਂ ਮੰਮਾ ਪੈਂਦਾ ਸੀ, ਇੱਥੇ W ਤੋਂ ਪਏਗਾ। ਸੋ L ਦੀ ਵੈਲਿਊ ਤੁਸੀਂ ਦੇਖੋ, ਇੱਥੋਂ 108 ਹੈ L ਦੀ, L 108, ਇੱਥੇ ਮੈਂ ਸ਼ਾਇਦ ਗਲਤੀ ਕਰ ਗਿਆ, 108 ਇੱਥੇ ਲਿਖਣਾ ਸੀਗਾ, ਤੋ L ਦੀ ਵੈਲਿਊ ਇੱਥੇ ਲਿਖ ਦਿੱਤੀ। B ਦੀ ਵੈਲਿਊ ਸਾਡੇ ਕੋਲ 98 ਹੈ, ਮੈਂ ਇਹ B ਦੀ ਵੈਲਿਊ ਲਿਖ ਦਿੱਤੀ। M ਜਿਹੜਾ W ਤੋਂ ਪਿਆ, W ਦੀ ਵੈਲਿਊ 119 ਹੈ। ਤੋ ਤਿੰਨੇ ਵੈਲਿਊਜ਼ ਇੱਥੇ ਆ ਗਈਆਂ। ਇਹਦਾ ਮਤਲਬ ਜੇ ਅਨਮੋਲ ਲਿਪੀ ਵਿੱਚ ਕੁਝ ਟਾਈਪ ਕਰਦੇ ਆ, ਸੇਮ ਸ਼ਬਦ ਜਿਹੜਾ ਕਲਮ ਟਾਈਪ ਕਰਦੇ ਆ, ਕਲਮ ਸ਼ਬਦ ਜੇ ਤਾਂ ਅਨਮੋਲ ਲਿਪੀ ਵਿੱਚ ਟਾਈਪ ਕਰੀਏ, ਇਹਦੇ ਕੋਡ ਕੋਈ ਹੋਰ ਨੇ, ਕੋਡ ਕੰਪਿਊਟਰ ਕੋਈ ਹੋਰ ਬਣਾ ਦਿੰਦਾ ਹੈ। ਜਦੋਂ ਕਲਮ ਸ਼ਬਦ ਅਸੀਸ ਵਿੱਚ ਟਾਈਪ ਕਰਦੇ ਆ, ਇਹਨਾਂ ਦੇ ਕੋਡ ਵੈਲਿਊਜ਼ ਜਿਹੜੀਆਂ ਨੇ ਉਹ ਬਦਲ ਜਾਂਦੀਆਂ ਨੇ। ਇਹੀ ਕਾਰਨ ਹੈ ਕਿ ਇੱਕ ਕੰਪਿਊਟਰ ਦੇ ਉੱਤੇ ਟਾਈਪ ਕੀਤਾ ਮੈਟਰ ਦੂਜੇ ਕੰਪਿਊਟਰ ਦੇ ਉੱਤੇ ਜਾ ਕੇ ਬਦਲ ਜਾਂਦਾ ਤਾਂ ਹੈ, ਪਰ ਬਦਲ ਜਾਂਦਾ। ਕਾਰਨ ਕਿ ਹਰੇਕ ਫੌਂਟ ਦੇ ਵਿੱਚ ਕੀਮਤਾਂ ਨੂੰ ਫਿਕਸ ਨਹੀਂ ਕੀਤਾ ਗਿਆ। ਜੇ ਅਨਮੋਲ ਲਿਪੀ ਫੌਂਟ ਬਣਾਇਆ ਹੈ ਕਿਸੇ ਨੇ, ਤਾਂ ਅਸੀਸ ਵਾਲੇ ਨੇ ਵੀ ਇਹਦੀਆਂ ਵੈਲਿਊਜ਼ ਸੇਮ ਰੱਖਣੀਆਂ ਚਾਹੀਦੀਆਂ ਸੀ। ਉਹਨੂੰ L ਦੀ ਜਿਹੜੀ ਕਿ ਕੱਕਾ ਪਾਉਣ ਦੇ ਵਾਸਤੇ ਉਹਦੀ ਵੈਲਿਊ ਉਹਨੂੰ 107 ਰੱਖਣੀ ਚਾਹੀਦੀ ਸੀਗੀ, ਠੀਕ ਹੈ ਨਾ। ਔਰ ਸਾਡੇ ਕੋਲ ਜਿਹੜੀ ਆਹ ਵੈਲਿਊਜ਼ ਨੇ ਸਾਰੀਆਂ ਸੇਮ ਹੋਣੀਆਂ ਚਾਹੀਦੀਆਂ ਸੀ, ਅਨਮੋਲ ਲਿਪੀ ਵਾਲੀਆਂ ਸੇਮ ਵੈਲਿਊਜ਼ ਹੁੰਦੀਆਂ, ਤੇ ਉਹਦੇ ਨਾਲ ਭਾਵੇਂ ਅਸੀਸ ਫੌਂਟ ਬਣਾ ਲੈਂਦਾ, ਕੋਈ ਦਿੱਕਤ ਨਹੀਂ ਸੀ। ਸਿਰਫ ਕੰਮ ਕੀ ਕਰਨਾ ਚਾਹੀਦਾ ਸੀ, ਉਹਨੂੰ ਸ਼ੇਪ ਬਦਲਣੀ ਚਾਹੀਦੀ ਸੀ। ਕੱਕਾ ਇੱਥੇ ਸਿੱਧਾ ਨਜ਼ਰ ਆ ਰਿਹਾ, ਕੱਕੇ ਦੀ ਸ਼ੇਪ ਕਿਸੇ ਹੋਰ ਤਰੀਕੇ ਹੁੰਦੀ, ਲੱਲੇ ਦੀ ਹੋਰ ਤਰੀਕੇ ਹੁੰਦੀ। ਇਹੀ ਕੰਮ ਜਿਹੜਾ ਹੈ ਅੰਗਰੇਜ਼ੀ ਵਾਲਿਆਂ ਨੇ ਕੀਤਾ ਹੈ, ਤੇ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆ ਰਹੀ, ਪਰ ਪੰਜਾਬੀ ਦੇ ਵਿੱਚ ਸਾਡੇ ਸਾਹਮਣੇ ਇਹ ਬਹੁਤ ਹੀ ਵੱਡੀ ਸਮੱਸਿਆ ਹੈ। ਇਹਨੂੰ ਤੁਸੀਂ ਬੜੇ ਸੰਖੇਪ ਦੇ ਵਿੱਚ ਜੇ ਤੁਸੀਂ ਇਹਨੂੰ ਵੇਖਣਾ ਚਾਹੋ ਤਾਂ ਵੇਖ ਸਕਦੇ ਹੋ ਕਿ ਜਿਹੜਾ ਸਾਡੇ ਕੋਲੇ ਸ਼ਬਦ ਅੱਖਰ ਲੱਲਾ ਹੈ, ਇਹਨੂੰ ਜੇ ਮੈਂ ਅਨਮੋਲ ਦੇ ਵਿੱਚ ਪਾਵਾਂ ਤਾਂ 108 ਕੋਡ ਇਹਦੇ ਬਦਲੇ ਕੰਪਿਊਟਰ ਜਨਰੇਟ ਕਰਦਾ ਹੈ। ਜੇ ਅਸੀਸ ਵਿੱਚ ਪਾਵਾਂ ਤਾਂ 98 ਜਨਰੇਟ ਕਰਦਾ ਹੈ। ਤਾਂ ਗੜਬੜ ਤਾਂ ਹੈ ਨਾ। ਇਹਦਾ ਮਤਲਬ ਅਸੀਸ ਦੇ ਵਿੱਚ ਜੇ ਟਾਈਪ ਕਰਾਂਗੇ ਤਾਂ ਉਹਨੂੰ ਜੇ ਅਨਮੋਲ ਲਿਪੀ ਵਿੱਚ ਖੋਲ ਲਵਾਂਗੇ ਤਾਂ ਹੁਣ 98 ਕੋਡ ਜਿਸ ਅੱਖਰ ਦਾ ਹੋਏਗਾ ਉਹਦੀ ਥਾਂ ਤੇ ਉਹ ਪੈ ਜਾਏਗਾ, ਲੱਲੇ ਦੀ ਥਾਂ ਤੇ ਫਿਰ ਕੀ ਪਏਗਾ, 98 ਅੱਖਰ ਕੋਡ ਕਿਹਦਾ, B ਦਾ, ਮਤਲਬ ਬੱਬਾ ਪੈ ਜਾਊਗਾ। ਮਤਲਬ ਅਨਮੋਲ ਲਿਪੀ ਦੇ ਵਿੱਚ ਲਿਖੇ ਹੋਇਆ ਜਿਹੜਾ ਜਿੰਨੇ ਵੀ ਲੱਲੇ ਹੋਣਗੇ ਉਹ ਸਾਰੇ ਬੱਬੇ ਦੇ ਵਿੱਚ ਬਦਲ ਜਾਣਗੇ। ਸੋ ਇੱਥੋਂ ਥੋੜਾ ਜਿਹਾ ਆਈਡੀਆ ਤੁਹਾਨੂੰ ਹੋ ਜਾਣਾ ਚਾਹੀਦਾ ਕਿ ਪੁਰਾਣੇ ਜਿਹੜੇ ਫੌਂਟ ਨੇ ਅਸਕਾਈ ਵਾਲੇ, ਉਹ ਅੰਗਰੇਜ਼ੀ ਲਈ ਤਾਂ ਬਹੁਤ ਵਧੀਆ ਨੇ, ਅੰਗਰੇਜ਼ੀ ਲਈ ਤਾਂ ਬੱਲੇ ਬੱਲੇ ਕਰਾਈ ਬੈਠੇ ਨੇ, ਪਰ ਬਾਕੀ ਖੇਤਰੀ ਭਾਸ਼ਾਵਾਂ ਦੇ ਲਈ ਇਹ ਫੌਂਟ ਜਦੋਂ ਬਣੇ ਸੀ ਨਵੇਂ ਉਦੋਂ ਤਾਂ ਇੱਕ ਵਰਦਾਨ ਸੀਗੇ, ਪਰ ਬਾਅਦ ਵਿੱਚ ਇੱਕ ਸਰਾਪ ਬਣ ਗਏ ਜਦੋਂ ਫੌਂਟਾਂ ਦੀ ਗਿਣਤੀ ਵੱਧ ਗਈ। ਸੋ ਉਹਦੇ ਹੱਲ ਲਈ ਯੂਨੀਕੋਡ ਫੌਂਟ ਜਿਹੜਾ ਹੈ ਉਹ ਹੋਂਦ ਵਿੱਚ ਆਇਆ। ਮੈਂ ਬਾਅਦ ਵਿੱਚ ਡੈਮੋਸਟ੍ਰੇਸ਼ਨ ਕਰਕੇ ਵੀ ਤੁਹਾਨੂੰ ਦਿਖਾ ਦਾਂਗਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਇੱਕ ਫੌਂਟ ਨੂੰ ਦੂਜੇ 'ਚ ਬਦਲਦੇ ਹਾਂ ਤੇ ਗੜਬੜ ਹੁੰਦੀ ਹੈ। ਲੋ ਦੇਖੋ ਅਗਲੀ ਸਲਾਈਡ। ਸਾਡੇ ਕੋਲੇ ਪਹਿਲਾ ਤਰੀਕਾ ਤਾਂ ਇਹ ਹੈ ਕਿ ਪੁਰਾਣੇ ਫੌਂਟਾਂ ਦੇ ਵਿੱਚ ਜੇ ਅਸੀਂ ਕੁਝ ਲਿਖ ਚੁੱਕੇ ਹਾਂ, ਪਹਿਲਾਂ ਕੋਈ ਆਰਟੀਕਲ ਲਿਖ ਚੁੱਕੇ ਹਾਂ, ਤਾਂ ਉਹਦਾ ਇੱਕ ਟੈਂਪਰੇਰੀ ਸੋਲਿਊਸ਼ਨ ਇਹ ਹੈ ਕਿ ਤੁਸੀਂ ਇੱਕ ਸੌਫਟਵੇਅਰ ਵਰਤੋ, ਉਹਦੇ ਵਿੱਚ ਅਨਮੋਲ ਲਿਪੀ ਜਾਂ ਅਸੀਸ ਵਿੱਚ ਛਪੇ ਆਰਟੀਕਲ ਨੂੰ ਤੁਸੀਂ ਰਾਹ ਵਿੱਚ ਬਦਲ ਦਿਓ। ਉਸ ਸੌਫਟਵੇਅਰ ਨੂੰ ਅਸੀਂ ਕਹਿੰਦੇ ਹਾਂ ਫੌਂਟ ਕਨਵਰਟਰ। ਸੋ ਫੌਂਟ ਕਨਵਰਟਰ ਬਹੁਤ ਅਵੇਲੇਬਲ ਨੇ। ਜੇ ਤੁਸੀਂ ਯੂਜ਼ ਕਰਦੇ ਹੋ ਸਮਾਰਟਫੋਨ ਤਾਂ ਪਲਟਾਵਾ ਨਾਂ ਦਾ ਫੌਂਟ ਕਨਵਰਟਰ ਜਿਹੜਾ ਹੈ ਉਹ ਤੁਹਾਨੂੰ ਪਲੇ ਸਟੋਰ ਤੋਂ ਮਿਲ ਜਾਏਗਾ। ਇਸ ਪਲਟਾਵੇ ਨੂੰ ਵਰਤ ਕੇ ਤੁਸੀਂ ਪੁਰਾਣੇ ਫੌਂਟਾਂ ਨੂੰ ਯੂਨੀਕੋਡ ਦੇ ਵਿੱਚ ਪਲਟਾ ਮਾਰ ਸਕਦੇ ਹੋ। ਇਸੇ ਤਰ੍ਹਾਂ ਸਾਡੇ ਕੋਲ ਅੱਖਰ ਦੇ ਵਿੱਚ ਹੀ ਫੌਂਟ ਕਨਵਰਟਰ ਦੀ ਸੁਵਿਧਾ ਹੈ, ਤੁਸੀਂ ਦੇਖਿਆ ਸੀਗਾ ਅੱਖਰ ਦੇ ਵਿੱਚ ਸੁਵਿਧਾ ਹੈ। ਹੋਰ ਵੀ ਕਈ ਫੌਂਟ ਕਨਵਰਟਰ, 1 ਦਰਜਨ ਦੇ ਕਰੀਬ ਫੌਂਟ ਕਨਵਰਟਰ ਬਣ ਚੁੱਕੇ ਨੇ, ਪਰ ਸ਼ਰਤ ਇਹ ਹੈ ਕਿ ਐਕੂਰੇਟ ਫੌਂਟ ਕਨਵਰਟਰ ਕਿਹੜਾ ਹੈ, ਐਕੂਰੇਟ ਜਾਂ ਚੰਗੀ ਐਕੂਰੇਸੀ ਵਾਲਾ ਫੌਂਟ ਕਨਵਰਟਰ ਅੱਖਰ ਵਾਲਾ ਹੀ ਸਮਝਿਆ ਜਾਂਦਾ ਹੈ।
ਸੋ ਯੂਨੀਕੋਡ ਦੇ ਸਾਡੇ ਕੋਲ ਬੜੇ ਲਾਭ ਨੇ, ਤਾਂ ਕਰਕੇ ਅਸੀਂ ਕਹਿੰਦੇ ਹਾਂ ਕਿ ਯੂਨੀਕੋਡ ਦੀ ਵਰਤੋਂ ਹੀ ਇਹਦਾ ਇੱਕ ਪੱਕਾ ਹੱਲ ਹੈ। ਸੋ ਯੂਨੀਕੋਡ ਦੇ ਜਿਹੜੇ ਲਾਭ ਨੇ ਉਹਨਾਂ ਚੋਂ ਪਹਿਲਾ ਲਾਭ ਸਾਡੇ ਕੋਲ ਹੈ, ਫਾਈਲਾਂ ਤੇ ਫੋਲਡਰਾਂ ਦੇ ਨਾਂ ਅਸੀਂ ਪੰਜਾਬੀ 'ਚ ਰੱਖ ਸਕਦੇ ਹਾਂ। ਜੇ ਪੁਰਾਣੇ ਫੌਂਟਾਂ ਦੇ ਵਿੱਚ ਅਸੀਂ ਗੱਲ ਕਰੀਏ, ਅਸੀਂ ਸਨਮੋਲ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਨਾਮ ਅਸੀਂ ਫਾਈਲਾਂ ਫੋਲਡਰਾਂ ਦੇ ਨਹੀਂ ਰੱਖ ਸਕਦੇ, ਉਹ ਅੰਗਰੇਜ਼ੀ 'ਚ ਬਦਲ ਜਾਣਗੇ। ਫਾਈਲਾਂ ਫੋਲਡਰਾਂ ਦੀ ਅਸੀਂ ਭਾਲ ਕਰ ਸਕਦੇ ਹਾਂ, ਯਾਨੀ ਕਿ ਫਾਈਂਡ ਕਰ ਸਕਦੇ ਹਾਂ। ਕੋਈ ਵੀ ਲਿਸਟ ਹੈ ਸਾਡੇ ਕੋਲੇ, ਉਹਨੂੰ ਅਸੀਂ ਸੌਰਟ ਕਰ ਸਕਦੇ ਹਾਂ, ਠੀਕ ਹੈ ਜੀ। ਤੇ ਬਹੁਭਾਸ਼ੀ ਦਸਤਾਵੇਜ਼ ਬਣਾ ਸਕਦੇ ਹਾਂ, ਮਤਲਬ ਕੀ ਹੈ ਕਿ ਮਲਟੀਲਿੰਗੁਅਲ ਡਾਕੂਮੈਂਟ ਅਸੀਂ ਬਣਾ ਸਕਦੇ ਹਾਂ। ਈਮੇਲ ਸੰਦੇਸ਼ ਜਿਹੜੇ ਨੇ ਬਹੁਤ ਹੀ ਸੌਖੇ ਤਰੀਕੇ ਨਾਲ ਯੂਨੀਕੋਡ 'ਚ ਲਿਖ ਸਕਦੇ ਹਾਂ। ਜੇ ਈਮੇਲ ਤੁਸੀਂ ਅਨਮੋਲ ਲਿਪੀ 'ਚ ਲਿਖਣੀ ਹੈ ਤਾਂ ਉਹ ਅਗਲੇ ਬੰਦੇ ਦੇ ਕੰਪਿਊਟਰ ਵਿੱਚ ਜਾ ਕੇ ਬਦਲ ਜਾਏਗੀ, ਉਹਨੂੰ ਅੰਗਰੇਜ਼ੀ ਦੇ ਅੱਖਰ ਨਜ਼ਰ ਆਉਣਗੇ, ਪੰਜਾਬੀ ਨਜ਼ਰ ਨਹੀਂ ਆਏਗੀ। ਚੈਟਿੰਗ ਕਰ ਸਕਦੇ ਹਾਂ ਤੁਸੀਂ WhatsApp ਦੇ ਉੱਤੇ, ਫੇਸਬੁੱਕ ਦੇ ਉੱਤੇ ਜਿਹੜੀ ਚੈਟਿੰਗ ਕਰਦੇ ਹੋ, ਪਰ ਚੀਟਿੰਗ ਨਹੀਂ ਕਰਨੀ। ਔਰ ਚੈਟਿੰਗ ਜਿਹੜੀ ਹੈ ਉਹ ਯੂਨੀਕੋਡ ਕਰਕੇ ਹੀ ਸੰਭਵ ਹੋਈ ਹੈ। ਇਹਦਾ ਮਤਲਬ ਜਿਹੜੇ ਫੌਂਟ ਜਿਹੜਾ ਅਸੀਂ ਮੋਬਾਈਲ ਦੇ ਉੱਤੇ ਟਾਈਪ ਕਰਦੇ ਹਾਂ ਪੰਜਾਬੀ, ਉਹ ਆਲਰੇਡੀ ਯੂਨੀਕੋਡ ਦੇ ਵਿੱਚ ਟਾਈਪ ਹੁੰਦੀ ਹੈ। ਸੋ ਇਸੇ ਤਰ੍ਹਾਂ ਫੇਸਬੁੱਕ ਦੇ ਉੱਤੇ ਤੁਸੀਂ ਲਿਖ ਸਕਦੇ ਹੋ, ਫੇਸਬੁੱਕ ਦੇ ਉੱਤੇ ਜਿਹੜੀ ਫੇਸਬੁੱਕ ਦੀ ਕੰਧ ਹੈ, ਯਾਨੀ ਕਿ ਵਾਲ ਹੈ, ਉਹਦੇ ਉੱਤੇ ਵੀ ਲਿਖ ਸਕਦੇ ਹੋ, ਔਰ ਫੇਸਬੁੱਕ ਦੇ ਜਿਹੜੇ ਪੇਜ ਬਣੇ ਹੋਏ ਨੇ ਵੱਖਰੇ ਵੱਖਰੇ, ਉਹਨਾਂ 'ਤੇ ਵੀ ਲਿਖ ਸਕਦੇ ਹੋ। ਵੈਬਸਾਈਟਾਂ, ਬਲੌਗ ਪੰਜਾਬੀ ਦੇ ਵਿੱਚ ਬਹੁਤ ਬਣਨ ਲੱਗ ਗਏ ਨੇ, ਉਹਨਾਂ ਦੇ ਬਣਨ ਦਾ ਜਿਹੜਾ ਕਾਰਨ ਇਹ ਹੈ ਕਿ ਯੂਨੀਕੋਡ ਫੌਂਟ ਬਣਿਆ ਹੈ, ਉਸ ਤੋਂ ਬਾਅਦ ਹੀ ਇਹ ਹੋਂਦ ਵਿੱਚ ਆਏ ਨੇ। ਜਦੋਂ ਯੂਨੀਕੋਡ ਨਹੀਂ ਸੀ ਤਾਂ ਵੈਬਸਾਈਟਾਂ ਸਾਰੀਆਂ ਹੀ ਪੁਰਾਣੇ ਫੌਂਟਾਂ 'ਚ ਸੀਗੀਆਂ, ਤੇ ਬੰਦੇ ਨੂੰ ਵੈਬਸਾਈਟ ਵੇਖਣ ਲਈ ਪਹਿਲਾਂ ਉਹ ਫੌਂਟ ਡਾਊਨਲੋਡ ਕਰਕੇ ਆਪਣੇ ਕੰਪਿਊਟਰ ਵਿੱਚ ਪਾਉਣਾ ਪੈਂਦਾ ਸੀ, ਤਾਂ ਉਹ ਵੈਬਸਾਈਟ ਨਜ਼ਰ ਆਉਂਦੀ ਸੀ। ਦੇਖੋ ਕਿੰਨੀਆਂ ਸਮੱਸਿਆਵਾਂ ਸੀਗੀਆਂ, ਪਰ ਯੂਨੀਕੋਡ ਨੇ ਇਹਨਾਂ ਸਮੱਸਿਆਵਾਂ ਨੂੰ ਚੁਟਕੀ ਮਾਰ ਕੇ ਹੱਲ ਕਰ ਦਿੱਤਾ ਹੈ। ਨੰਬਰ 9 ਹੈ ਵੈਬ ਸਰਚ ਕਰਨਾ, ਬਹੁਤ ਵੱਡਾ ਮਸਲਾ ਹੈ। ਗੂਗਲ ਸਰਚ ਤੁਸੀਂ ਕਰਦੇ ਹੋ, ਤੁਸੀਂ ਮੰਨ ਲਵੋ ਸੁਰਜੀਤ ਪਾਤਰ ਦੀ ਕੋਈ ਕਵਿਤਾ ਲੱਭਣਾ ਚਾਹੁੰਦੇ ਹੋ, ਤੇ ਜੇ ਰੋਮਨ ਵਿੱਚ ਲਿਖੋਗੇ, ਅੰਗਰੇਜ਼ੀ ਵਿੱਚ ਲਿਖੋਗੇ, ਤਾਂ ਤੁਹਾਨੂੰ ਵਧੀਆ ਨਤੀਜੇ ਨਹੀਂ ਮਿਲਣਗੇ। ਜੇ ਤੁਸੀਂ ਯੂਨੀਕੋਡ ਦੇ ਵਿੱਚ ਉੱਥੇ ਸੁਰਜੀਤ ਪਾਤਰ ਦਾ ਨਾਮ ਲਿਖ ਦਿਓਗੇ, ਤਾਂ ਉਹਨਾਂ ਦੀਆਂ ਸਾਰੀਆਂ ਲਿਖਤਾਂ ਤੁਹਾਨੂੰ ਅਲੱਗ-ਅਲੱਗ ਵੈਬਸਾਈਟਾਂ ਤੋਂ ਮਿਲ ਜਾਣਗੀਆਂ। ਸਰਚ ਕਰਨਾ ਸੌਖਾ ਹੈ। ਕੰਪਿਊਟਰ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਅਸੀਂ ਪੰਜਾਬੀ ਯੂਜ਼ ਕਰਨ ਲੱਗ ਗਏ ਹਾਂ, ਉਹ ਯੂਨੀਕੋਡ ਕਰਕੇ ਹੀ ਸੰਭਵ ਹੋਈ ਹੈ। ਇਸੇ ਤਰ੍ਹਾਂ ਅਸੀਂ ਡਾਟਾਬੇਸ ਬਣਾ ਸਕਦੇ ਹਾਂ। ਡਾਟਾਬੇਸ ਦਾ ਮਤਲਬ ਹੁੰਦਾ ਹੈ ਡਿਕਸ਼ਨਰੀ ਟਾਈਪ ਕੋਈ ਚੀਜ਼, ਟੇਬਲ ਬਣਾਉਣਾ। ਸੋ ਉਹ ਸਾਰਾ ਕੁਝ ਸੰਭਵ ਹੈ, ਇਹ ਮੈਂ ਤੁਹਾਨੂੰ ਕਰਕੇ ਵੀ ਦਿਖਾਵਾਂਗਾ, ਇਹਨਾਂ ਦੀ ਡੈਮੋ ਦੇਵਾਂਗਾ। ਫਿਲਹਾਲ ਅਗਲੀ ਸਲਾਈਡ ਵੱਲ ਚੱਲਦੇ ਹਾਂ। ਯੂਨੀਕੋਡ ਹੈ ਕੀ ਭਲਾ? ਯੂਨੀਕੋਡ ਇੱਕ ਅੰਤਰਰਾਸ਼ਟਰੀ ਅੱਖਰ ਕੋਡ ਪ੍ਰਣਾਲੀ ਹੈ, ਇੰਟਰਨੈਸ਼ਨਲ ਕੋਡ ਸਿਸਟਮ ਹੈ, ਤੇ ਦੁਨੀਆ ਦੀ ਹਰੇਕ ਪ੍ਰਮੁੱਖ ਭਾਸ਼ਾ ਦੇ ਅੱਖਰਾਂ ਨੂੰ ਇੱਕ ਵਿਲੱਖਣ ਕੋਡ, ਮਤਲਬ ਕੀ ਹੈ ਯੂਨੀਕ ਕੋਡ ਦਿੱਤਾ ਗਿਆ ਹੈ। ਉਹਦੇ ਵਿੱਚ ਤਾਂ ਤੁਸੀਂ ਦੇਖਿਆ ਸੀ ਨਾ ਕਿ ਕੱਕੇ ਨੂੰ ਅਨਮੋਲ ਲਿਪੀ ਦੇ ਵਿੱਚ ਕੋਡ ਕੋਈ ਹੋਰ ਹੈ, ਔਰ ਕੱਕੇ ਦਾ ਆਸੀਸ ਦੇ ਵਿੱਚ ਕੋਡ ਕੋਈ ਹੋਰ ਹੈ, ਚੇਂਜ ਹੋ ਰਿਹਾ, ਇੱਥੇ ਕੁਝ ਹੋਰ ਹੈ, ਇੱਥੇ ਕੁਝ ਹੋਰ ਹੈ। ਪਰ ਯੂਨੀਕੋਡ ਦੇ ਵਿੱਚ ਕੱਕੇ ਦਾ ਜਿਹੜਾ ਕੋਡ ਹੈ ਉਹ ਫਿਕਸ ਰੱਖ ਦਿੱਤਾ ਉਹਨਾਂ ਨੇ। ਫੌਂਟ ਜਿਹੜਾ ਮਰਜ਼ੀ ਯੂਜ਼ ਕਰੋ ਯੂਨੀਕੋਡ ਦਾ, ਉਹਦਾ ਕੋਡ ਜਿਹੜਾ ਹੈ ਉਹ ਫਿਕਸ ਹੀ ਰਹਿਣਾ। ਸੋ ਫਿਕਸ ਮੀਨਸ ਹਰੇਕ ਅੱਖਰ ਨੂੰ ਵੱਖਰਾ ਵੱਖਰਾ ਕੋਡ ਦੇਣਾ, ਇਹ ਹੀ ਸਮੱਸਿਆ ਦਾ ਹੱਲ ਸੀ, ਔਰ ਯੂਨੀਕੋਡ ਦੇ ਰਾਹੀਂ ਇਹ ਹੱਲ ਲੱਭਿਆ ਗਿਆ ਹੈ। ਇਹ ਕੋਡ ਦੁਨੀਆ ਦੇ ਕਿਸੇ ਵੀ ਕੰਪਿਊਟਰ ਦੇ ਉੱਤੇ ਫਿਕਸ ਰਹਿੰਦਾ ਹੈ, ਸਥਿਰ ਰਹਿੰਦਾ ਹੈ। ਯੂਨੀਕੋਡ ਪ੍ਰਣਾਲੀ ਰਵਾਇਤੀ ਜਿਹੜੀ ਅੰਗਰੇਜ਼ੀ ਕੋਡ ਪ੍ਰਣਾਲੀ ਹੈ, ਅਸਕਾਈ ਵਾਲੀ, ਉਹਦੇ ਤੋਂ ਦੁੱਗਣੇ ਆਕਾਰ ਵਾਲੀ ਕੋਡ ਪ੍ਰਣਾਲੀ ਹੈ। ਹੁਣ ਇੱਥੇ ਧਿਆਨ ਦਿਓ ਕਿ ਜਿਹੜਾ ਸਾਡੇ ਕੋਲ ਅਸਕਾਈ ਸੀਗਾ, ਠੀਕ ਹੈ ਜੀ, ਅਸਕਾਈ ਉਹ ਸੀਗਾ ਸਾਡੇ ਕੋਲ 8 ਬਿਟ 8 ਬਿਟ 8 ਬਿਟ ਦੇ ਵਿੱਚ ਕਿੰਨੇ ਅੱਖਰ ਸਮਾ ਸਕਦੇ ਨੇ, ਉਹਦੇ ਲਈ ਤੁਸੀਂ 2 ਦੀ ਪਾਵਰ 8 ਕਰਕੇ ਦੇਖਣਾ ਹੈ। 2 ਦੀ ਪਾਵਰ ਹੀ 8 ਕਿਉਂ ਕੀਤੀ ਹੈ? ਕਿਉਂਕਿ ਜਿਹੜੀ ਕੰਪਿਊਟਰ ਦੇ ਵਿੱਚ ਡਿਜਿਟਸ ਵਰਤੀਆਂ ਜਾਂਦੀਆਂ ਨੇ, ਉਹ 0 ਤੇ 1, 2 ਡਿਜਿਟ ਨੇ ਜਿਹੜੀਆਂ ਵਰਤੀਆਂ ਜਾਂਦੀਆਂ ਨੇ। ਇੱਕ 0 ਹੈ, ਇੱਕ 1 ਹੈ। ਸੋ ਤਾਂ ਕਰਕੇ 2 ਦੀ ਪਾਵਰ 8 ਕੀਤੀ ਹੈ। ਤਾਂ ਜਦੋਂ 2 ਦੂਣੀ 4 ਦੂਣੀ 8 ਦੂਣੀ 16 ਦੂਣੀ 32 ਕਰਦੇ ਚੱਲਾਂਗੇ ਤਾਂ 256 ਬਣ ਜਾਏਗਾ ਇਹਦੀ ਕੈਲਕੂਲੇਸ਼ਨ। ਤਾਂ ਅਸਕਾਈ ਦੇ ਵਿੱਚ ਸਿਰਫ 256 ਅੱਖਰ ਹੀ ਰੱਖੇ ਜਾ ਸਕਦੇ ਨੇ, ਠੀਕ ਹੈ ਜੀ।
ਪਰ ਯੂਨੀਕੋਡ 16 ਬਿਟ ਵਾਲੀ ਹੈ। 16 ਬਿਟ ਮਤਲਬ 8 ਤੋਂ ਡਬਲ ਹੋ ਗਿਆ 16 ਬਿਟ। ਤਾਂ 16 ਬਿਟ ਦਾ ਮਤਲਬ ਹੈ 2 ਦੀ ਪਾਵਰ 16। 2 ਨੂੰ 16 ਵਾਰੀ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਜਿਹੜੀ ਇਹਦੀ ਗਿਣਤੀ ਹੈ 65,536 ਆ ਜਾਏਗੀ। ਤੋ 65,536 ਦੇ ਵਿੱਚ ਤਾਂ ਦੁਨੀਆ ਦੀ ਸਾਰੀਆਂ ਮੋਟੀਆਂ-ਮੋਟੀਆਂ ਜਿਹੜੀਆਂ ਇੰਪੋਰਟੈਂਟ ਭਾਸ਼ਾਵਾਂ ਨੇ ਉਹ ਸਾਰੀਆਂ ਦੇ ਅੱਖਰ ਇਹਦੇ ਵਿੱਚ ਆ ਸਕਦੇ ਨੇ। ਜਿਹੜੀ ਕਿ ਇੱਕ ਸਮੱਸਿਆ ਸੀ ਸਕਾਈ ਦੇ ਵਿੱਚ, ਲੈਂਥ ਘੱਟ ਸੀ, ਕੋਡਾਂ ਦੀ ਗਿਣਤੀ 256 ਸੀ। ਉਹਦੇ ਵਿੱਚ ਅੰਗਰੇਜ਼ੀ ਵਾਲਿਆਂ ਨੇ ਪਹਿਲਾਂ ਹੀ ਆਪਦੇ ਛੋਟੇ ਅੱਖਰ, ਵੱਡੇ ਅੱਖਰ, ਮੋਟੇ ਅੱਖਰ, ਨੰਬਰ ਔਰ ਸਿੰਬਲਸ ਪਾਏ ਹੋਏ ਸੀ, ਕੋਈ ਛੱਡੀ ਨਹੀਂ ਸੀ ਥਾਂ। ਸੋ ਜੇ ਥਾਂ ਉਹਦੇ 'ਚ ਹੀ ਹੁੰਦੀ ਤਾਂ ਪੰਜਾਬੀ ਨੂੰ ਉਹਦੇ 'ਚ ਪਾ ਸਕਦੇ ਸੀ। ਪਰ ਹੁਣ ਸਾਰੀਆਂ ਦੁਨੀਆ ਦੀਆਂ ਭਾਸ਼ਾਵਾਂ ਦਾ ਮਸਲਾ ਯੂਨੀਕੋਡ ਦੇ ਨਾਲ ਹੱਲ ਹੋ ਗਿਆ ਹੈ। ਸੋ ਗੱਲ ਮੈਂ ਪਹਿਲਾਂ ਵੀ ਕੀਤੀ ਸੀ ਕਿ ਜੇ ਤੁਹਾਡੇ ਕੋਲ ਕੰਪਿਊਟਰ ਨਵਾਂ ਹੈ ਤੇ ਤੁਸੀਂ ਯੂਨੀਕੋਡ ਵਿੱਚ ਟਾਈਪ ਕਰਨਾ ਚਾਹੁੰਦੇ ਹੋ, ਤੁਹਾਨੂੰ ਸਿਰਫ 2 ਚੀਜ਼ਾਂ ਦੀ ਲੋੜ ਪਏਗੀ। ਨੰਬਰ 1 ਦੇ ਉੱਤੇ ਤੁਹਾਨੂੰ ਫੌਂਟ ਦੀ ਲੋੜ ਪਏਗੀ ਔਰ ਨੰਬਰ 2 ਦੇ ਉੱਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਕੀਬੋਰਡ ਜਿਹੜਾ ਹੈ ਉਹ ਇੱਕ ਸੌਫਟਵੇਅਰ ਤੁਹਾਨੂੰ ਚਾਹੀਦਾ ਹੈ, ਇੱਕ ਪ੍ਰੋਗਰਾਮ ਚਾਹੀਦਾ ਹੈ, ਸੌਫਟਵੇਅਰ ਚਾਹੀਦਾ ਹੈ। ਸੋ ਫੌਂਟ ਤਾਂ ਪਹਿਲਾਂ ਹੀ ਮਾਈਕਰੋਸਾਫਟ ਨੇ ਸਾਡੀ ਵਿੰਡੋ ਦੇ ਵਿੱਚ ਪਾ ਛੱਡੇ ਹੋਏ ਨੇ। ਰਾਵੀ ਫੌਂਟ ਆਲਰੇਡੀ ਸਾਰੀਆਂ ਵਿੰਡੋਜ਼ ਦੇ ਵਿੱਚ ਹੁੰਦਾ ਹੈ। ਜੇ ਵਿੰਡੋ ਨਵੀਂ ਹੈ 2010 ਹੈ ਤਾਂ ਉਹਦੇ ਵਿੱਚ ਨਿਰਮਲਾ ਫੌਂਟ ਹੁੰਦਾ ਹੈ। ਰਾਵੀ ਨੂੰ ਉਹਨਾਂ ਨੇ ਕੱਢ ਕੇ ਨਿਰਮਲਾ ਫੌਂਟ ਪਾ ਦਿੱਤਾ ਹੈ ਕਿਉਂਕਿ ਰਾਵੀ ਦੀ ਕੁਝ ਦਿਖਾਵਟ ਚੰਗੀ ਨਹੀਂ ਲੱਗਦੀ ਸੀ ਲੋਕਾਂ ਨੂੰ। ਇਸੇ ਤਰ੍ਹਾਂ ਇੱਕ ਫੌਂਟ ਏਰੀਅਲ ਯੂਨੀਕੋਡ, ਇਹ ਵੀ ਆਲਰੇਡੀ ਸਾਰੀਆਂ ਵਿੰਡੋਜ਼ ਦੇ ਵਿੱਚ ਪਹਿਲਾਂ ਹੁੰਦਾ ਹੈ। ਮਤਲਬ ਇੱਕ ਤਾਂ ਏਰੀਅਲ ਯੂਨੀਕੋਡ ਹੁੰਦਾ ਹੀ ਹੁੰਦਾ ਹੈ। ਦੂਸਰਾ ਤੁਹਾਨੂੰ ਰਾਵੀ ਤੇ ਨਿਰਮਲਾ ਦੇ ਵਿੱਚੋਂ ਇੱਕ ਮਿਲੇਗਾ। ਪੁਰਾਣੀਆਂ ਵਿੰਡੋਜ਼ ਦੇ ਵਿੱਚ ਰਾਵੀ ਮਿਲੇਗਾ, ਨਵੀਆਂ ਵਿੱਚ ਨਿਰਮਲਾ ਮਿਲੇਗਾ। ਤੁਸੀਂ ਚਾਹੋ ਤਾਂ ਪੁਰਾਣੇ ਕੰਪਿਊਟਰ ਵਿੱਚੋਂ ਰਾਵੀ ਫੌਂਟ ਕਾਪੀ ਕਰਕੇ ਆਪਣੇ ਨਵੇਂ ਵਿੰਡੋ 10 ਵਾਲੇ ਦੇ ਵਿੱਚ ਪਾ ਸਕਦੇ ਹੋ, ਪੇਸਟ ਕਰ ਸਕਦੇ ਹੋ। ਦੂਜਾ ਮਸਲਾ ਸਾਡੇ ਕੋਲ ਕੀਬੋਰਡ ਵਾਲਾ ਜਿਹੜਾ ਹੈ, ਦੇਖੋ ਫੌਂਟ ਤਾਂ ਪਹਿਲਾਂ ਹੀ ਅਵੇਲੇਬਲ ਨੇ, ਕੀਬੋਰਡ ਵੀ ਅਵੇਲੇਬਲ ਹੈ। ਪਰ ਕੀਬੋਰਡ ਕਿਹੜਾ ਅਵੇਲੇਬਲ ਹੈ? 3 ਜਿਹੜੇ ਕੀਬੋਰਡ ਆਪਾਂ ਕੀਤੇ ਸੀ, ਫੋਨੈਟਿਕ, ਰਿਮਿੰਗਟਨ ਤੇ ਇਨਸਕ੍ਰਿਪਟ, ਉਹਨਾਂ ਵਿੱਚੋਂ ਸਿਰਫ ਇਨਸਕ੍ਰਿਪਟ ਕੀਬੋਰਡ ਜਿਹੜਾ ਹੈ ਉਹ ਦਿੱਤਾ ਹੈ ਕਿਉਂਕਿ ਮਾਈਕਰੋਸਾਫਟ ਨੇ ਸਟੈਂਡਰਡ ਕੀਬੋਰਡ ਦਿੱਤਾ ਹੈ, ਨਾ ਫੋਨੈਟਿਕ ਨਾ ਰਿਮਿੰਗਟਨ। ਉਸ ਕੀਬੋਰਡ ਨੂੰ ਐਕਟੀਵੇਟ ਕਿਵੇਂ ਕਰਨਾ ਹੈ? ਤੁਸੀਂ ਜਿਹੜਾ ਵਿੰਡੋਜ਼ ਦਾ ਇੱਥੇ ਨਿਸ਼ਾਨ ਹੈ ਖੱਬੇ ਹੱਥ, ਇਹਦੇ ਉੱਤੇ ਜਿਵੇਂ ਹੀ ਟੱਚ ਕਰੋਗੇ ਤਾਂ ਟੱਚ ਕਰਨ ਤੋਂ ਬਾਅਦ ਤੁਸੀਂ ਲਿਖਣਾ ਹੈ ਐਡ ਲੈਂਗੁਏਜ, ਇਹ ਵਾਲਾ ਲਿਖਣਾ ਹੈ ਐਡ ਲੈਂਗੁਏਜ, ਐਡ ਲੈਂਗੁਏਜ ਲਿਖਣ ਤੋਂ ਬਾਅਦ ਤੁਸੀਂ ਚੂਜ਼ ਕਰ ਲੈਣੀ, ਇਹ ਵਾਲੀ ਕਮਾਂਡ ਉੱਪਰ ਨਜ਼ਰ ਆਏਗੀ, ਮਤਲਬ ਸਰਚ ਕਰ ਲੈਣਾ ਐਡ ਲੈਂਗੁਏਜ, ਐਂਟਰ ਮਾਰੋਗੇ ਤਾਂ ਇਹ ਵਾਲਾ ਪੇਜ ਨਜ਼ਰ ਆਏਗਾ। ਇੱਥੇ ਚਲਾ ਜਾਣਾ ਹੈ ਐਡ ਕਰਕੇ ਤੁਹਾਡੇ ਕੋਲ ਨਵਾਂ ਪੇਜ ਜਿਹੜਾ ਆਏਗਾ, ਉੱਥੋਂ ਪੰਜਾਬੀ ਲੈਂਗੁਏਜ ਸਿਲੈਕਟ ਕਰ ਲੈਣੀ। ਫਿਲਹਾਲ ਇਸ ਸਲਾਈਡ ਦੇ ਵਿੱਚ ਪੰਜਾਬੀ ਲੈਂਗੁਏਜ ਆਲਰੇਡੀ ਮੈਂ ਐਡ ਕਰ ਚੁੱਕਿਆ। ਜਦੋਂ ਤੁਸੀਂ ਐਡ ਕਰ ਲਓਗੇ ਪੰਜਾਬੀ ਲੈਂਗੁਏਜ ਤਾਂ ਥੱਲੇ ਲੈਂਗੁਏਜ ਬਾਰ ਆਉਣੀ ਸ਼ੁਰੂ ਹੋ ਜਾਏਗੀ। ਟਾਸਕ ਬਾਰ ਦੇ ਉੱਤੇ ਇਹ ਸਾਰੀ ਲੰਬੀ ਟਾਸਕ ਬਾਰ ਹੈ ਔਰ ਇੱਥੋਂ ਤੁਸੀਂ ਕਲਿੱਕ ਕਰੋਗੇ ਤੇ ਪੰਜਾਬੀ ਗੁਰਮੁਖੀ ਇੱਥੇ ਤੁਹਾਨੂੰ ਨਜ਼ਰ ਆਏਗੀ। ਇਹ ਇਨਸਕ੍ਰਿਪਟ ਲੇਆਊਟ ਵਾਲੀ ਟਾਈਪਿੰਗ ਹੈ। ਇਹਦੇ ਲਈ ਤੁਹਾਨੂੰ ਜਿਹੜਾ ਦੁਬਾਰਾ ਤੋਂ ਇਹ ਵਾਲੀ ਟਾਈਪਿੰਗ ਤੁਹਾਨੂੰ ਸਿੱਖਣੀ ਪਵੇਗੀ। ਲਓ ਜੀ, ਅੱਗੇ ਸਾਡੇ ਕੋਲ ਇੱਕ ਤਰੀਕਾ ਹੋਰ ਹੈ ਕਿ ਜਿਹੜੇ ਲੋਕ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਸ ਜਾਂ ਜਿਹੜੀ ਹੈ ਅਨਮੋਲ ਲਿਪੀ ਦੇ ਵਿੱਚ ਟਾਈਪ ਕਰਨਾ ਚਾਹੁੰਦੇ ਸੀ ਤੇ ਬੜੇ ਢੀਠ ਨੇ, ਕਹਿੰਦੇ ਜੀ ਅਸੀਂ ਤਾਂ ਨਵੀਂ ਟਾਈਪਿੰਗ ਸਿੱਖਣੀ ਨਹੀਂ, ਅਸੀਂ ਰਾਵੀ ਨੂੰ ਤਾਂ ਮੰਨਦੇ ਹਾਂ, ਠੀਕ ਹੈ ਰਾਵੀ 'ਚ ਕਰਾਂਗੇ ਕੰਮ, ਪਰ ਇਨਸਕ੍ਰਿਪਟ ਵਾਲਾ ਤਾਂ ਅਸੀਂ ਸਿੱਖਣਾ ਹੀ ਨਹੀਂ, ਅਸੀਂ ਕਿਹੜਾ ਜਿਹੜਾ ਕੋਈ ਟੈਸਟ ਦੇਣਾ ਹੈ। ਤਾਂ ਫਿਰ ਇਹ ਤਰੀਕਾ ਜਿਹੜਾ ਹੈ ਉਹ ਸਟੈਂਡਰਡ ਤਾਂ ਨਹੀਂ ਹੈ, ਪਰ ਇਹਦਾ ਹੱਲ ਇੱਥੇ ਪਿਆ ਹੈ www.punjabonline.com। ਇਹਦੇ ਉੱਤੇ ਜਾ ਕੇ ਸੱਜੇ ਹੱਥ ਯੂਨੀਕੋਡ ਵਾਲਾ ਜਿਹੜਾ ਇੱਕ ਲਿੰਕ ਹੈ ਉਹਨੂੰ ਖੋਲ ਲੈਣਾ। ਯੂਨੀਕੋਡ ਓਬਲੀਕ ਪਾਇਆ ਹੋਏਗਾ ਫੌਂਟ, ਇਸ ਲਿੰਕ ਨੂੰ ਖੋਲ ਕੇ ਪੇਜ ਨੂੰ ਸਕਰੋਲ ਕਰਕੇ ਬਿਲਕੁਲ ਹੇਠਲੇ ਪਾਸੇ ਚਲਾ ਜਾਣਾ। ਹੇਠਾਂ ਲਿਖਿਆ ਹੋਏਗਾ ਕੀਬੋਰਡ ਲੇਆਊਟ, ਉੱਥੇ ਤੁਹਾਡੇ ਕੋਲ ਅਸੀਸ ਵਾਲਾ ਵੀ ਤੇ ਅਨਮੋਲ ਲਿਪੀ ਵਾਲਾ ਵੀ ਦੋਨਾਂ ਦੇ ਕੀਬੋਰਡ ਸੌਫਟਵੇਅਰ ਪਏ ਨੇ, ਉਹਨਾਂ ਨੂੰ ਤੁਸੀਂ ਡਾਊਨਲੋਡ ਕਰੋ। ਡਾਊਨਲੋਡ ਕਰਨ ਤੋਂ ਬਾਅਦ ਇੰਸਟਾਲ ਕਰੋਗੇ ਤੇ ਐਸੇ ਤਰ੍ਹਾਂ ਹੀ ਉਹ ਤੁਹਾਡੀ ਜਿਹੜੀ ਲੈਂਗੁਏਜ ਬਾਰ ਦੇ ਉੱਤੇ ਜੇ 2 ਕੀਬੋਰਡ ਨਜ਼ਰ ਆ ਰਹੇ ਨੇ, ਉਹ ਤੀਜਾ ਵੀ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਤਾਂ ਉਹਨਾਂ ਦੀ ਵਰਤੋਂ ਕਰਕੇ ਤੁਸੀਂ ਅਸੀਸ ਵਾਲੇ
ਸਟਾਈਲ ਦੇ ਨਾਲ ਵੀ ਯੂਨੀਕੋਡ ਟਾਈਪ ਕਰ ਸਕਦੇ ਔਰ ਅਨਮੋਲ ਲਿਪੀ ਵਾਲੇ ਸਟਾਈਲ ਦੇ ਨਾਲ ਵੀ ਤੁਸੀਂ ਯੂਨੀਕੋਡ ਦੇ ਵਿੱਚ ਟਾਈਪ ਕਰ ਸਕਦੇ ਹੋ। ਸੋ ਇਹ ਸੀਗਾ ਕਿ ਅਸੀਂ ਯੂਨੀਕੋਡ ਦੇ ਵਿੱਚ ਟਾਈਪ ਕਿਵੇਂ ਕਰਨਾ ਹੈ, ਯੂਨੀਕੋਡ ਦੇ ਵਿੱਚ ਕੰਮ ਕਿਵੇਂ ਕਰਨਾ ਹੈ। ਕੋਈ ਵੀ ਇਹਦੇ ਵਿੱਚ ਸਮੱਸਿਆ ਵਾਲੀ ਗੱਲ ਨਹੀਂ ਹੈ, ਗੱਲ ਸਮਝਣ ਦੀ ਲੋੜ ਹੈ ਕਿ ਸਾਨੂੰ ਕੰਮ ਕਿਵੇਂ ਕਰਨਾ ਚਾਹੀਦਾ ਹੈ। ਫਿਲਹਾਲ ਇਸ ਜਿਹੜੀ ਸਲਾਈਡ ਹੈ ਲਾਸਟ ਵਾਲੀ, ਇਸ ਸਲਾਈਡ ਨੂੰ ਧਿਆਨ ਦੇ ਨਾਲ ਨੋਟ ਕਰੋ। ਇਸ ਦੇ ਵਿੱਚ ਇੱਕ ਐਕਸਰਸਾਈਜ਼ ਹੈ, ਉਸ ਐਕਸਰਸਾਈਜ਼ ਨੂੰ ਤੁਸੀਂ ਅੱਜ ਇਹ ਕਰਨਾ ਹੈ। 3 ਇਹਦੇ ਵਿੱਚ ਐਕਸਰਸਾਈਜ਼ ਦਿੱਤੀਆਂ ਨੇ, ਇਹਨਾਂ ਨੂੰ ਨੋਟ ਕਰੋ। ਠੀਕ ਹੈ ਜੀ, ਨੋਟ ਕਰ ਰਹੇ ਹੋ? ਨੋਟ ਕਰ, ਹਾਂਜੀ ਹਾਂ ਨਜ਼ਰ ਆ ਰਿਹਾ ਸਕਰੀਨ? ਜਸਪ੍ਰੀਤ ਨਜ਼ਰ ਆ ਰਹੀ ਸਕਰੀਨ? ਜਸਪ੍ਰੀਤ ਸਕਰੀਨ ਨਜ਼ਰ ਆ ਰਹੀ ਹੈ? ਸ਼ੋ ਨਹੀਂ ਹੋ ਰਿਹਾ ਸਰ। ਨਹੀਂ ਹੋ ਰਿਹਾ? ਸਰ ਪ੍ਰੋਫਾਈਲ ਸ਼ੋ ਹੋ ਰਹੀ ਹੈ ਸਾਰਿਆਂ ਦੀ। ਹੁਣ ਆ ਗਈ ਸਰ, ਆ ਗਈ ਹੈ।